ਡੇਲ ਕਾਰਨੇਗੀ ਦੀ ਪੁਸਤਕ ਖੁਸ਼ਹਾਲ ਜੀਵਨ ਜਿਉਣ ਦੀ ਕਲਾ ਦਾ ਅਗਲਾ ਵਿਸ਼ਾ ਹੈ ਨਿਸ਼ਾਨਾ ਤੈਅ ਕਰੋ ਤੇ ਉਹਨੂੰ ਹਾਸਲ ਕਰੋ। ਸਾਰੇ ਸਫਲ ਲੋਕ ਇੱਕ ਨਿਸ਼ਾਨੇ ਤੋਂ ਸ਼ੁਰੂਆਤ ਕਰਦੇ ਹਨ। ਇਨਸਾਨ ਨੂੰ ਸਫਲਤਾ ਦੀ ਲੰਬੀ ਸੜਕ 'ਤੇ ਜਿਹੜਾ ਪਹਿਲਾ ਕਦਮ ਚੁੱਕਣਾ ਚਾਹੀਦਾ ਹੈ ਉਹ ਹੈ ਨਿਸ਼ਾਨਾ ਤੈਅ ਕਰਨਾ ਤੇ ਉਹਨੂੰ ਪ੍ਰਾਪਤ ਕਰਨ ਦੀ ਦਿਸ਼ਾ 'ਚ ਕੰਮ ਕਰਨਾ। ਅਸੀਂ ਕਿੱਥੇ ਜਾ ਰਹੇ ਹਾਂ ਤੇ ਅਸੀਂ ਉੱਥੇ ਕਿਸ ਤਰ੍ਹਾਂ ਪਹੁੰਚਣ ਦੀ ਯੋਜਨਾ ਬਣਾਉਂਦੇ ਹਾਂ, ਇਹ ਪਤਾ ਲੱਗਣ 'ਤੇ ਅਸੀਂ ਆਪਣੇ ਸਮਾਂ, ਊਰਜਾ ਅਤੇ ਭਾਵਨਾ ਨੂੰ ਕੇਂਦਰਿਤ ਕਰ ਸਕਦੇ ਹਾਂ ਅਤੇ ਉਹਨਾਂ ਨਿਸ਼ਾਨਿਆਂ ਤੱਕ ਪਹੁੰਚਣ ਦੀ ਦਿਸ਼ਾ 'ਚ ਸਹੀ ਰਾਹ 'ਤੇ ਤੁਰਨਾ ਸ਼ੁਰੂ ਕਰ ਸਕਦੇ ਹਾਂ। ਜਿਸ ਜਹਾਜ਼ ਦੀ ਪਤਵਾਰ ਟੁੱਟੀ ਹੋਈ ਹੋਵੇ ਉਹ ਭਲਾ ਹਮੇਸ਼ਾ ਜੁਟਿਆ ਰਹੇ, ਪੂਰੀ ਤਾਕਤ ਨਾਲ ਚੱਲਦਾ ਰਹੇ ਅਤੇ ਸਾਰਾ ਸਮਾਂ ਤੈਰਦਾ ਰਹੇ, ਪਰ ਇਹਦੇ ਬਾਵਜੂਦ ਵੀ ਉਹ ਕਿਤੇ ਨਹੀਂ ਪਹੁੰਚ ਸਕਦਾ। ਉਹ ਸਿਰਫ ਕਿਸਮਤ ਨਾਲ ਹੀ ਕਿਸੇ ਬੰਦਰਗਾਹ 'ਤੇ ਪਹੁੰਚ ਸਕਦਾ ਹੈ ਅਤੇ ਫਿਰ ਸ਼ਾਇਦ ਇਸ 'ਤੇ ਲੱਦਿਆ ਮਾਲ ਉੱਥੋਂ ਦੇ ਲੋਕਾਂ, ਜਲਵਾਯੂ ਜਾਂ ਹਾਲਾਤਾਂ ਦੀ ਉਪਯੁਕਤ ਨਹੀਂ ਹੋਏਗਾ। ਜਹਾਜ਼ ਨੂੰ ਕਿਸੇ ਨਿਸ਼ਚਿਤ ਬੰਦਰਗਾਹ ਦੀ ਦਿਸ਼ਾ 'ਚ ਤੁਰਨਾ ਚਾਹੀਦਾ ਹੈ ਜਿੱਥੇ ਇਹਦੇ ਮਾਲ ਦੀ ਮੰਗ ਹੈ। ਚਾਹੇ ਸਰਦੀ ਹੋਵੇ ਜਾਂ ਗਰਮੀ, ਹਨੇਰੀ ਹੋਵੇ ਜਾਂ ਤੂਫਾਨ, ਜਹਾਜ਼ ਦਾ ਨਿਸ਼ਾਨਾ ਹਮੇਸ਼ਾ ਹੀ ਉਹੀ ਬੰਦਰਗਾਹ ਹੁੰਦੀ ਹੈ। ਇਸੇ ਤਰ੍ਹਾਂ ਜੋ ਵਿਅਕਤੀ ਸਫਲ ਹੋਣਾ ਚਾਹੁੰਦਾ ਉਹਨੂੰ ਜ਼ਿੰਦਗੀ ਦੇ ਸਮੁੰਦਰ 'ਚ ਪਤਵਾਰ ਦੇ ਬਿਨਾਂ ਇੱਧਰ ਉੱਧਰ ਨਹੀਂ ਭਟਕਣਾ ਚਾਹੀਦਾ, ਬਲਕਿ ਨਿਸ਼ਚਿਤ ਬੰਦਰਗਾਹ ਦੇ ਵੱਲ ਸਿੱਧਾ ਤੁਰਨਾ ਚਾਹੀਦਾ ਹੈ। ਉਹਨੂੰ ਸਿਰਫ ਆਪਣੀ ਦਿਸ਼ਾ 'ਚ ਹੀ ਨਹੀਂ ਰਹਿਣਾ ਚਾਹੀਦਾ ਜਦੋਂ ਕਿ ਸਮੁੰਦਰ ਸ਼ਾਂਤ ਹੋਵੇ ਜਾਂ ਪਾਣੀ ਦੀਆਂ ਧਾਰਾਵਾਂ ਅਤੇ ਹਵਾਵਾਂ ਦੇ ਅਨੁਕੂਲ ਹੋਣ। ਇਹਨੂੰ ਤਾਂ ਹਨੇਰੀ ਦੇ ਤੂਫਾਨ ਨਾਲ ਮੁਕਾਬਲਾ ਕਰਦੇ ਹੋਏ ਆਪਣੀ ਦਿਸ਼ਾ 'ਚ ਹੀ ਬਣੇ ਰਹਿਣਾ ਚਾਹੀਦਾ ਹੈ ਜਦੋਂ ਇਹ ਨਿਰਾਸ਼ਾ ਦੇ ਕੋਹਰੇ ਅਤੇ ਵਿਰੋਧ ਦੀ ਧੁੰਦ 'ਚ ਲਿਪਟਿਆ ਹੋਇਆ ਹੋਵੇ। ਇਹ ਇੱਕ ਸੁਪਨੇ ਤੋਂ ਸ਼ੁਰੂ ਹੁੰਦਾ ਹੈ। ਅਸੀਂ ਇੱਕ ਸੁਪਨੇ ਤੋਂ ਸ਼ੁਰੂ ਕਰਦੇ ਹਾਂ, ਭਵਿੱਖ ਦਾ ਸੁਪਨਾ। ਸੁਪਨਿਆਂ 'ਚ ਅਸੀਂ ਅਮੀਰ, ਮਸ਼ਹੂਰ ਅਤੇ ਖੁਸ਼ ਹੁੰਦੇ ਹਾਂ। ਅਜਿਹੇ ਭਵਿੱਖ ਦੇ ਸੁਪਨੇ ਜ਼ਿਆਦਾਤਰ ਲੋਕ ਦੇਖਦੇ ਹਨ, ਪਰ ਅੰਤ 'ਚ ਉਹਨਾਂ ਦੇ ਕੋਲ ਉਹੀ ਰਹਿੰਦਾ ਹੈ, ਸੁਪਨਾ। ਸਫਲ ਲੋਕਾਂ ਦੇ ਕੋਲ ਵੀ ਉਹੀ ਸੁਪਨੇ ਹਨ, ਪਰ ਉਹਨਾਂ ਨੇ ਆਪਣੇ ਸੁਪਨਿਆਂ ਨੂੰ ਪਹਿਲਾਂ ਆਪਣੇ ਨਿਸ਼ਾਨਿਆਂ 'ਤੇ, ਫਿਰ ਬਾਅਦ 'ਚ ਅਸਲੀਅਤ 'ਚ ਬਦਲਿਆ। ਉਹਨਾਂ 'ਤੇ ਸੁਪਨੇ ਸਫਲਤਾ ਦੀ ਅਸਪਸ਼ਟ ਉਮੀਦ ਨਹੀਂ ਸਨ, ਉਹ ਤਾਂ ਨਿਸ਼ਚਿਤ ਉਪਲਬਧੀਆਂ ਦੇ ਸੁਪਨੇ ਸਨ ਜਿਨ੍ਹਾਂ ਦਾ ਉਹਨਾਂ ਨੇ ਨਿਸ਼ਾਨਾ ਬਣਾਇਆ ਸੀ। ਐਡੀਸਨ ਨੇ ਇੱਕ ਅਜਿਹੇ ਸੰਸਾਰ ਦਾ ਸੁਪਨਾ ਦੇਖਿਆ ਜਿਸ 'ਚ ਬਿਜਲੀ ਦੀ ਊਰਜਾ ਰਾਤ ਨੂੰ ਜਗਮਗਾਵੇ। ਗੇਟਸ ਨੇ ਅਜਿਹੀ ਕੰਪਿਊਟਰ ਪ੍ਰਣਾਲੀ ਦਾ ਸੁਪਨਾ ਦੇਖਿਆ ਜੋ ਸਿਰਫ ਵੱਡੇ ਸੰਗਠਨਾਂ ਨੂੰ ਹੀ ਨਹੀਂ ਬਲਕਿ ਸਾਰੇ ਵਿਅਕਤੀਆਂ ਨੂੰ ਕੰਪਿਊਟਰਾਂ ਦੀ ਸ਼ਕਤੀ ਦਾ ਪ੍ਰਯੋਗ ਕਰਨ ਦੇ ਯੋਗ ਬਣਾਉਣ। ਬੀਥੋਵਨ ਨੇ ਅਜਿਹੇ ਸੰਗੀਤ ਦਾ ਸੁਪਨਾ ਦੇਖਿਆ ਜੋ ਕਿ ਸਾਡੀ ਆਤਮਾ ਨੂੰ ਉੱਡਣ ਲਈ ਮੰਤਰ ਮੁਗਧ ਕਰ ਦੇਵੇ। ਮਹਾਨ ਅਭਿਨੇਤਾਵਾਂ, ਚਿੱਤਰਕਾਰਾਂ, ਸੰਗੀਤਕਾਰਾਂ, ਲੇਖਕਾਂ ਨੇ ਸਿਰਫ ਸ਼ੋਹਰਤ ਦੇ ਸੁਪਨੇ ਹੀ ਨਹੀਂ ਦੇਖੇ, ਬਲਕਿ ਇਹ ਵੀ ਦੇਖਿਆ ਕਿ ਸਫਲਤਾ ਪ੍ਰਾਪਤ ਕਰਨ ਲਈ ਉਹ ਆਪਣੇ ਗੁਣਾਂ ਦਾ ਪ੍ਰਯੋਗ ਕਿਵੇਂ ਕਰਨ। ਸੁਪਨੇ ਦੇਖਣਾ ਸਿਰਫ ਜੀਨੀਅਸਾਂ ਤੱਕ ਹੀ ਸੀਮਤ ਨਹੀਂ ਹੈ। ਸਾਰੇ ਸਫਲ ਲੋਕ ਦੱਸਦੇ ਹਨ ਕਿ ਉਹਨਾਂ ਦੀ ਸਫਲਤਾ ਦੀ ਸ਼ੁਰੂਆਤ ਇੱਕ ਆਸ਼ਾ, ਇੱਕ ਸੁਪਨੇ ਤੋਂ ਹੋਈ ਸੀ। ਜਿਨ੍ਹਾਂ ਔਰਤਾਂ, ਪੁਰਸ਼ਾਂ ਤੋਂ ਉਹਨਾਂ ਦੀਆਂ ਉਪਲਬਧੀਆਂ ਦੇ ਬਾਰੇ ਪੁੱਛਿਆ ਗਿਆ, ਉਹਨਾਂ ਨੇ ਬਾਰ-ਬਾਰ ਇਹ ਦੱਸਿਆ ਕਿ ਸਾਰਾ ਕੁਝ ਇੱਕ ਸੁਪਨੇ ਤੋਂ ਸ਼ੁਰੂ ਹੋਇਆ ਜੋ ਕਿ ਇੱਕ ਨਿਸ਼ਾਨੇ ਵੱਲ ਲੈ ਗਿਆ ਅਤੇ ਇੱਕ ਕੰਮ ਦੀ ਯੋਜਨਾ ਵੱਲ ਲੈ ਗਿਆ। ਅੰਤ ਨਿਸ਼ਾਨਾ ਪ੍ਰਾਪਤ ਹੋ ਗਿਆ। ਸੁਪਨੇ ਦੇਖਣਾ ਸਿਰਫ ਨੌਜਵਾਨਾਂ ਤੱਕ ਹੀ ਸੀਮਤ ਨਹੀਂ ਹੈ। ਜ਼ਿੰਦਗੀ 'ਚ ਕਦੀ ਇੰਨੀ ਦੇਰ ਨਹੀਂ ਹੁੰਦੀ ਕਿ ਤੁਸੀਂ ਇੱਕ ਨਵਾਂ ਸੁਪਨਾ ਨਾ ਦੇਖ ਸਕੋ ਜੋ ਕਿ ਸਾਨੂੰ ਨਵੇਂ ਨਿਸ਼ਾਨਿਆਂ ਵੱਲ ਲੈ ਜਾਣ। ਜਿਨ੍ਹਾਂ ਲੋਕਾਂ ਨੇ ਆਪਣੀ ਜ਼ਿੰਦਗੀ 'ਚ ਉਤਰਾਅ ਚੜ੍ਹਾਅ ਦੇ ਸੁਪਨੇ ਦੇਖੇ, ਉਹਨਾਂ ਨੇ ਵੀ ਹੈਰਾਨੀਜਨਕ ਰੂਪ 'ਚ ਬਹੁਤ ਕੁਝ ਪ੍ਰਾਪਤ ਕਰ ਲਿਆ। ਬੈਂਜਾਮਿਨ ਫਰੈਂਕਲਿਨ ਨੇ 50 ਸਾਲਾਂ ਦੀ ਉਮਰ ਤੋਂ ਬਾਅਦ ਵਿਗਿਆਨ ਅਤੇ ਦਰਸ਼ਨ ਦੀ ਪੜ੍ਹਾਈ ਸ਼ੁਰੂ ਕਰ ਦਿੱਤੀ। ਅੰਨੇ ਹੋ ਚੁੱਕੇ ਮਿਲਟਨ ਨੇ 50 ਦੀ ਉਮਰ ਤੋਂ ਬਾਅਦ ਆਪਣੇ ਮਹਾਂਕਾਵਿ ਪੈਰਾਡਾਈਜ਼ ਲਾਸਟ ਨੂੰ ਪੂਰਾ ਕੀਤਾ। ਸੁਪਨੇ ਦੇਖਣਾ ਸਿਰਫ ਅੱਜ ਦੇ ਯੁੱਗ ਦੇ ਪੂਰਵ ਗ੍ਰਹਿਆਂ ਜਾਂ ਪੱਖਪਾਤਾਂ ਤੱਕ ਹੀ ਸੀਮਤ ਨਹੀਂ ਹੈ। ਕਈ ਸਾਲਾਂ ਤੱਕ ਔਰਤਾਂ 'ਤੇ ਰੋਕਾਂ ਲਾਈਆਂ ਗਈਆਂ ਕਿ ਉਹ ਕੀ ਪ੍ਰਾਪਤ ਕਰ ਸਕਦੀਆਂ ਹਨ ਅਤੇ ਕੀ ਨਹੀਂ। ਉਹ ਸਿਰਫ ਉਸੇ ਕੈਰੀਅਰ ਦਾ ਨਿਸ਼ਾਨਾ ਬਣਾ ਸਕਦੀਆਂ ਸਨ ਜਿਨ੍ਹਾਂ ਨੂੰ ਔਰਤਾਂ ਦੀਆਂ ਨੌਕਰੀਆਂ ਮੰਨਿਆ ਜਾਂਦਾ ਸੀ। ਕਿਸੇ ਦੂਜੇ ਦੇ ਕੈਰੀਅਰ ਦੇ ਬਾਰੇ ਸੋਚਣਾ ਵੀ ਪੱਕੇ ਇਰਾਦੇ ਅਤੇ ਹਿੰਮਤ ਵਾਲਾ ਕੰਮ ਹੈ। ਇਲਾਈਨ ਪੇਗਲਸ ਨੇ ਅਜਿਹਾ ਕੰਮ ਹੀ ਕੀਤਾ, ਜੋ ਪ੍ਰਿੰਸਟਨ 'ਚ ਪ੍ਰੋਫੈਸਰ ਹਨ ਅਤੇ ਰਹੱਸਵਾਦ ਅਤੇ ਸ਼ੁਰੂਆਤੀ ਈਸਾਈਅਤ 'ਤੇ ਕਈ ਬੈਸਟ-ਸੇਲਿੰਗ ਲਿਖ ਚੁੱਕਿਆ ਹੈ। ਉਹਨਾਂ ਨੇ ਦੱਸਿਆ ਕਿ ਉਹ ਇੱਕ ਅਜਿਹੇ ਸਮੇਂ ਵਿਕਸਿਤ ਹੋਈਆਂ ਸਨ ਜਦੋਂ ਲੜਕੀਆਂ ਨੂੰ ਗੰਭੀਰ ਕੈਰੀਅਰ ਦੇ ਬਾਰੇ ਸੋਚਣਾ ਵੀ ਨਹੀਂ ਸਿਖਾਇਆ ਜਾਂਦਾ ਸੀ। ਉਹ ਆਪਣੇ ਪਿਆਰੇ ਵਿਸ਼ੇ ਦਾ ਅਨੁਸਰਨ ਕਰਨ ਦੇ ਲਈ ਆਪਣੇ ਆਪ ਨੂੰ ਸੁਤੰਤਰ ਮਹਿਸੂਸ ਕਰ ਰਹੇ ਸਨ। ਬਾਅਦ 'ਚ ਜਾ ਕੇ ਪਤਾ ਲੱਗਿਆ ਉਹ ਇਸ ਤੋਂ ਆਪਣੀ ਉਜੀਵਕਾ ਕਮਾ ਸਕਦੀ ਹੈ।
ਉਹਨਾਂ ਦਾ ਸੁਪਨਾ ਉਹਨਾਂ ਦਾ ਨਿਸ਼ਾਨਾ ਬਣ ਗਿਆ। ਡੇਲ ਕਾਰਨੇਗੀ ਅਨੁਸਾਰ ਕੀ ਤੁਸੀਂ ਉਹੀ ਕੰਮ ਕਰ ਰਹੇ ਹੋ ਜੋ ਤੁਹਾਨੂੰ ਸਭ ਤੋਂ ਜ਼ਿਆਦਾ ਪਸੰਦ ਹੈ? ਜੇ ਨਹੀਂ ਤਾਂ ਇਹਨੂੰ ਬਦਲ ਲਓ। ਤੁਸੀਂ ਜਦੋਂ ਤੱਕ ਆਪਣੇ ਕੰਮ ਨੂੰ ਪਸੰਦ ਨਹੀਂ ਕਰਦੇ ਉਦੋਂ ਤੱਕ ਤੁਸੀਂ ਉਸ ਤੋਂ ਕਦੀ ਵੀ ਸੱਚੀ ਸਫਲਤਾ ਪ੍ਰਾਪਤ ਨਹੀਂ ਕਰ ਸਕੋਗੇ। ਕਈ ਲੋਕਾਂ ਨੂੰ ਕਈ ਖੇਤਰਾਂ 'ਚ ਅਜ਼ਮਾਉਣ ਤੋਂ ਬਾਅਦ ਹੀ ਇਹ ਸਮਝ ਆਉਂਦਾ ਹੈ ਉਹ ਕੀ ਕਰਨਾ ਚਾਹੁੰਦੇ ਹਨ। ਅੱਜ ਕੈਰੀਅਰ ਦੇ ਜ਼ਿਆਦਾਤਰ ਖੇਤਰਾਂ 'ਚ ਰੁਕਾਵਟਾਂ ਖਤਮ ਹੋ ਚੁੱਕੀਆਂ ਹਨ। ਮਿਸਾਲ ਦੇ ਤੌਰ 'ਤੇ ਅਮਰੀਕਾ 'ਚ ਲਾਅ, ਮੈਡੀਕਲ ਤੇ ਹੋਰ ਪੇਸ਼ੇਵਰ ਕਾਲਜਾਂ 'ਚ ਔਰਤਾਂ ਵਿਦਿਆਰਥੀਆਂ ਦੀ ਸੰਖਿਆ ਅੱਧੀ ਜਾਏ ਤੋਂ ਵੀ ਜ਼ਿਆਦਾ ਹੈ। 19ਵੀਂ ਸਦੀ 'ਚ ਫਰੈਡਰਿਕ ਡਗਲਸ ਦਾਸ ਦੇ ਰੂਪ 'ਚ ਪੈਦਾ ਹੋਏ, ਪਰ ਉਹਨਾਂ ਨੇ ਆਪਣੀ ਕਹਾਣੀ ਨੂੰ ਆਪਣੀ ਸਿੱਖਿਆ ਦੇ ਰਾਹ 'ਚ ਰੁਕਾਵਟ ਨਹੀਂ ਬਣਨ ਦਿੱਤਾ। 21ਵੀਂ ਸਦੀ 'ਚ ਬਰਾਕ ਓਬਾਮਾ ਨੇ ਅਮਰੀਕਾ ਦੇ ਰਾਸ਼ਟਰਪਤੀ ਬਣ ਕੇ ਪ੍ਰਜਾਤੀ ਦੀ ਵਿਰੋਧਤਾ ਨੂੰ ਤੋੜ ਦਿੱਤਾ। ਇੱਛਾ ਸ਼ਕਤੀ ਜਿੰਨੀ ਮਹੱਤਵਪੂਰਨ ਹੈ ਉਹਨਾਂ ਦਾ ਦਿਮਾਗ ਵੀ ਨਹੀਂ ਹੈ। ਜ਼ਿੰਦਗੀ ਦੀ ਦੌੜ 'ਚ ਡਗਮਗਾਉਣ ਵਾਲੇ ਲੋਕਾਂ ਨੂੰ ਹਮੇਸ਼ਾ ਇੱਕ ਪਾਸੇ ਧੱਕਾ ਦਿੱਤਾ ਜਾਂਦਾ ਹੈ। ਕੋਈ ਵੀ ਉਹਨਾਂ ਨੂੰ ਨਹੀਂ ਰੋਕ ਸਕਦਾ। ਇਸ ਮਜ਼ਬੂਤ ਇੱਛਾ ਸ਼ਕਤੀ ਤੇ ਮਜ਼ਬੂਤ ਇਰਾਦੇ ਵਾਲੇ ਲੋਕਾਂ ਨੂੰ ਪੂਰਾ ਯਕੀਨ ਹੁੰਦਾ ਹੈ ਕਿ ਮਿਹਨਤ ਤੇ ਹਿੰਮਤ ਨਾਲ ਉਹ ਸਫਲ ਹੋ ਜਾਣਗੇ। ਜੋ ਲੋਕ ਲੰਬੇ ਸਮੇਂ ਤੱਕ ਤੇ ਸਖਤ ਮਿਹਨਤ ਨਾਲ ਕੋਸ਼ਿਸ਼ ਕਰਦੇ ਹਨ, ਸੁਪਨੇ ਉਹਨਾਂ ਲੋਕਾਂ ਲਈ ਨਿਸ਼ਾਨੇ ਬਣ ਜਾਂਦੇ ਹਨ ਤੇ ਨਿਸ਼ਾਨੇ ਉਪਲਬਧੀਆਂ। ਜੋ ਚੀਜ਼ਾਂ ਜ਼ਿੰਦਗੀ ਨੂੰ ਜਿਉਣ ਲਾਇਕ ਬਣਾਉਂਦੀਆਂ ਹਨ, ਜਿਨ੍ਹਾਂ ਨੇ ਸਾਨੂੰ ਛੋਟੇ ਕੰਮਾਂ ਤੋਂ ਮੁਕਤੀ ਦਿਵਾਈ ਤੇ ਫਿਰ ਸਮਾਨਤਾ ਤੇ ਬਦਸੂਰਤੀ ਤੋਂ ਉੱਪਰ ਚੁੱਕਿਆ। ਜ਼ਿੰਦਗੀ ਦੀਆਂ ਵੱਡੀਆਂ ਸਹੂਲਤਾਂ, ਉਹਨਾਂ ਦਾ ਬਹੁਤਾ ਸਿਹਰਾ ਸਾਡੇ ਸੁਪਨਾ ਦੇਖਣ ਵਾਲਿਆਂ ਨੂੰ ਜਾਂਦਾ ਹੈ। ਸੁਪਨਿਆਂ ਨੂੰ ਨਿਸ਼ਾਨਿਆਂ 'ਚ ਬਦਲਣਾ। ਬੁਰੀ ਕਿਸਮਤ ਨਾਲ ਬਹੁਤ ਸਾਰੇ ਸੁਪਨੇ ਵੇਖਣ ਵਾਲੇ ਬਸ ਸੁਪਨੇ ਵੇਖਣ ਵਾਲੇ ਬਣੇ ਰਹਿੰਦੇ ਹੈ। ਸੁਪਨੇ ਤਾਂ ਸੁਪਨੇ ਹੀ ਬਣੇ ਰਹਿੰਦੇ ਹੈ। ਜਦੋਂ ਅਸੀਂ ਆਪਣੇ ਸੁਪਨਿਆਂ ਨੂੰ ਨਿਸ਼ਾਨਿਆਂ 'ਚ ਬਦਲਣਾ ਹੁੰਦਾ ਹੈ ਤਾਂ ਕੋਰੀ ਕਲਪਨਾ ਦੀ ਥਾਂ 'ਤੇ ਉਦੇਸ਼ ਬਣ ਜਾਂਦੇ ਹੈ, ਜਿਨ੍ਹਾਂ ਨੂੰ ਅਸੀਂ ਸਫਲਤਾ ਦੇ ਨਕਸ਼ੇ ਦੇ ਰੂਪ 'ਚ ਆਪਣੇ ਸਾਹਮਣੇ ਰੱਖ ਸਕਦੇ ਹਾਂ। ਸਾਨੂੰ ਆਪਣੇ ਸੁਪਨਿਆਂ 'ਚ ਇੱਕ ਉਦੇਸ਼, ਇੱਕ ਸੰਕਲਪ ਲਿਆਉਣਾ ਚਾਹੀਦਾ ਹੈ। ਸਾਨੂੰ ਉਹਨਾਂ ਸੁਪਨਿਆਂ ਨੂੰ ਸੱਚ ਕਰਨ ਲਈ ਉਹ ਸਾਰਾ ਕੁਝ ਕਰਨਾ ਚਾਹੀਦਾ ਜੋ ਅਸੀਂ ਕਰ ਸਕਦੇ ਹਾਂ। ਇੱਕ ਔਰਤ ਦਾ ਇੱਕ ਸੁਪਨਾ ਸੀ ਕਿ ਉਹਨੇ ਇਹਨੂੰ ਇੱਕ ਸਫਲ ਉਦੇਸ਼ 'ਚ ਬਦਲ ਲਿਆ। ਇਹ ਪੋਸ਼ਾਕ ਡਿਜ਼ਾਈਨਰ ਰੈਚਲ ਰॉय ਦੀ ਸੀ। ਫੈਸ਼ਨ ਦੇ ਪ੍ਰਤੀ ਰੈਚਲ ਦਾ ਪਿਆਰ ਬਚਪਨ 'ਚ ਦੇਖੀ ਫਿਲਮਾਂ ਤੋਂ ਜਾਗਰਤ ਹੋਇਆ ਸੀ। ਪਰਦੇ 'ਤੇ ਨਾਇਕਾਵਾਂ ਦੀ ਪੋਸ਼ਾਕ ਦੇ ਕਾਰਨ ਹੀ ਉਹਨਾਂ ਨੂੰ ਆਤਮ ਵਿਸ਼ਵਾਸ ਤੇ ਸਫਲਤਾ ਦਾ ਸਿਹਰਾ ਮਿਲਦਾ ਹੈ। ਰੈਚਲ ਨੇ ਸੁਪਨਾ ਦੇਖਿਆ ਕਿ ਉਹ ਵੀ ਆਪਣੇ ਤੇ ਦੂਸਰੀਆਂ ਔਰਤਾਂ ਦੇ ਲਈ ਇਹੀ ਆਭਾ ਮੰਡਲ ਕਹਾਵੇਗੀ ਜੋ ਕਿ ਸਕਾਰਾਤਮਕ ਆਤਮ ਗੌਰਵ ਪੈਦਾ ਕਰ ਸਕੇ। ਰੈਚਲ ਤੇ ਉਹਨਾਂ ਦਾ ਪਰਿਵਾਰ ਸਾਲ 'ਚ ਇੱਕ ਵਾਰ ਸ਼ਾਪਿੰਗ ਦੇ ਲਈ ਜਾਂਦਾ ਸੀ। ਸਥਾਨਕ ਸਟੋਰ 'ਚ ਆਕਰਸ਼ਕ ਕੱਪੜੇ ਨਹੀਂ ਹੁੰਦੇ ਸਨ, ਜਿਸ ਕਾਰਨ ਉਹ ਚਿੜ ਜਾਂਦੀ ਸੀ। ਉਹਨਾਂ ਨੂੰ ਯਕੀਨ ਸੀ ਕਿ ਮੌਕਾ ਮਿਲਣ 'ਤੇ ਉਹ ਬਹੁਤ ਵਧੀਆ ਤਰੀਕੇ ਦੀ ਪੋਸ਼ਾਕ ਬਣਾ ਸਕਦੀ ਹੈ। ਉਹਦੀ ਮਾਂ ਨੇ ਉਹਨੂੰ ਦੱਸਿਆ ਕਿ ਉਹ ਖਰੀਦਦਾਰ ਜਾਂ ਬੇਅਰ ਦਾ ਕੰਮ ਹੁੰਦਾ ਹੈ। ਹੁਣ ਉਹ ਆਪਣੇ ਸੁਪਨੇ ਨੂੰ ਨਾਮ ਦੇ ਸਕਦੀ ਸੀ, ਖਰੀਦਦਾਰੀ। ਰੈਚਲ ਨੇ ਦੱਸਿਆ ਉਸ ਸਮੇਂ ਉਹਦਾ ਸੁਪਨਾ ਇੱਕ ਉਦੇਸ਼ ਬਣ ਗਿਆ, ਫੈਸ਼ਨ ਦੇ ਖੇਤਰ ਖਰੀਦਦਾਰ ਬਣਨਾ। ਉਹਨੇ ਸਟਾਕ ਕਲਰਕ ਦੇ ਪਦ ਤੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ। ਫਿਰ ਉਹ ਤੇਜ਼ੀ ਨਾਲ ਅਸਿਸਟੈਂਟ ਮੈਨੇਜਰ ਬਣੀ। ਫਿਰ ਉਹ ਵਿਅਕਤੀਗਤ ਖਰੀਦਦਾਰ ਬਣੀ। ਫਿਰ ਉਹ ਕਈ ਸਟੋਰਾਂ 'ਚ ਸਟਾਈਲਿਸਟ ਬਣ ਗਈ। ਜਲਦੀ ਉਹ ਫੈਸ਼ਨ ਡਿਜ਼ਾਈਨਿੰਗ ਦੇ ਕੰਮ ਕਰਨ ਲੱਗੀ ਤੇ ਆਪਣੀ ਕੰਪਨੀ ਦੇ ਉੱਪਰਲੇ ਪਦ 'ਤੇ ਪਹੁੰਚ ਗਈ। ਜਦੋਂ ਉਹਦੇ ਪਤੀ ਡੈਮਨ ਡੈਸ਼ ਨੇ ਸੁਤੰਤਰ ਪੋਸ਼ਾਕ ਬਣਾਉਣ ਦਾ ਕੰਮ ਸ਼ੁਰੂ ਕਰਨਾ ਚਾਹਿਆ ਤਾਂ ਰੈਚਲ ਨੂੰ ਇੱਕ ਫੈਸਲਾ ਲੈਣਾ ਸੀ, ਆਪਣੇ ਸਫਲ ਕੈਰੀਅਰ ਨੂੰ ਜਾਰੀ ਰੱਖਣਾ ਜਾਂ ਡੈਮਨ ਦੇ ਨਾਲ ਦੁਬਾਰਾ ਸ਼ੁਰੂਆਤ ਕਰਨਾ। ਉਹਨੇ ਦੁਬਾਰਾ ਸ਼ੁਰੂ ਕਰਨ ਦਾ ਵਿਕਲਪ ਚੁਣਿਆ। ਆਪਣੇ ਆਪ ਨੂੰ ਉਸ ਕੰਮ 'ਚੋਂ ਵਾੜ ਦਿੱਤਾ, ਸਾਰੇ ਪਦਾਂ 'ਤੇ ਕੰਮ ਕੀਤਾ, ਸਾਰੀਆਂ ਚੀਜ਼ਾਂ ਦਾ ਧਿਆਨ ਰੱਖਿਆ ਤੇ ਕਾਰੋਬਾਰ ਦੇ ਜ਼ਿਆਦਾ ਸੰਭਵ ਪਹਿਲੂਆਂ 'ਚ ਸ਼ਾਮਿਲ ਹੋ ਗਈ। ਉਹ ਚਾਹੁੰਦੀ ਸੀ ਕਿ ਉਹ ਇਸ ਕਾਰੋਬਾਰ ਲਈ ਇੰਨੀ ਜ਼ਰੂਰੀ ਬਣ ਜਾਏ ਕਿ ਉਹਦਾ ਵਿਕਲਪ ਸੰਭਵ ਹੀ ਨਾ ਹੋਵੇ। ਲਗਭਗ 6 ਸਾਲਾਂ ਬਾਅਦ ਰੈਚਲ ਨੂੰ ਯਕੀਨ ਹੋ ਗਿਆ ਕਿ ਉਹ ਕਿਸੇ ਕਾਰੋਬਾਰ ਨੂੰ ਆਪ ਚਲਾ ਸਕਦੀ ਹੈ। ਫਿਰ ਉਹਨੇ ਆਪਣੀ ਕੰਪਨੀ ਬਣਾ ਲਈ। ਉਹਦੇ ਡਿਜ਼ਾਈਨਾਂ ਦੀ ਉਦਯੋਗਾਂ 'ਚ ਸ਼ਲਾਘਾ ਹੋਈ ਤੇ ਅੱਜ ਉਹਨੂੰ ਫੈਸ਼ਨ ਉਦਯੋਗ ਦਾ ਮੋਹਰੀ ਆਗੂ ਮੰਨਿਆ ਜਾਂਦਾ ਹੈ। ਉਮੀਦ ਕਰਨ ਵਾਲਿਆਂ ਤੇ ਕਰਮ ਕਰਨ ਵਾਲਿਆਂ 'ਚ ਬਹੁਤ ਲੰਬਾ ਫਾਸਲਾ ਹੁੰਦਾ ਹੈ। ਰੈਚਲ ਰਾਏ ਸੁਪਨੇ ਵੇਖਣ ਵਾਲਿਆਂ ਤੋਂ ਤੇ ਉਮੀਦ ਕਰਨ ਵਾਲਿਆਂ ਤੋਂ ਜ਼ਿਆਦਾ ਸੀ। ਉਹਨੇ ਸੁਪਨਿਆਂ ਨੂੰ ਨਿਸ਼ਾਨਿਆਂ 'ਚ ਬਦਲਿਆ ਤੇ ਉਹਨਾਂ ਨੂੰ ਪ੍ਰਾਪਤ ਕਰਨ ਲਈ ਬਹੁਤ ਮਿਹਨਤ ਕੀਤੀ। ਭਵਿੱਖ 'ਚ ਵਧੀਆ ਚੀਜ਼ਾਂ ਹੋਣਗੀਆਂ, ਤੁਸੀਂ ਦੌਲਤਮੰਦ ਤੇ ਖੁਸ਼ ਰਹੋਗੇ, ਤੁਹਾਡੇ ਕੋਲ ਵਧੀਆ ਪਰਿਵਾਰ, ਸੋਹਣਾ ਘਰ ਤੇ ਸਫਲ ਕੈਰੀਅਰ ਹੋਏਗਾ। ਇਹ ਉਮੀਦ ਕਰਨ ਦੀ ਆਦਤ ਉਹ ਸਰਵ ਸ੍ਰੇਸ਼ਟ ਪੂੰਜੀ ਹੈ ਜਿਸ ਤੋਂ ਤੁਸੀਂ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕਰ ਸਕਦੇ ਹੋ।
ਅਸੀਂ ਜਿਸ ਬਾਰੇ ਲਗਾਤਾਰ ਬੋਲਦੇ ਹਾਂ ਉਹਨੂੰ ਅਸੀਂ ਪ੍ਰਾਪਤ ਕਰ ਲੈਂਦੇ ਹਾਂ, ਭਾਵੇਂ ਸਾਨੂੰ ਉਸ ਸਮੇਂ ਸੰਭਵ ਨਹੀਂ ਲੱਗਦਾ। ਜੇ ਅਸੀਂ ਹਮੇਸ਼ਾ ਆਪਣੇ ਉਦੇਸ਼ ਦੇ ਬਾਰੇ ਬੋਲੀਏ ਅਤੇ ਇਹਦਾ ਸਪਸ਼ਟ ਮਾਨਸਿਕ ਚਿੱਤਰਣ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰੀਏ ਤਾਂ ਇਹ ਸੰਭਵ ਹੈ ਕਿ ਅਸੀਂ ਆਪਣੀਆਂ ਮਨਚਾਹੀਆਂ ਚੀਜ਼ਾਂ ਨੂੰ ਆਪਣੀ ਜ਼ਿੰਦਗੀ 'ਚ ਲੈ ਆਵਾਂਗੇ, ਚਾਹੇ ਉਹ ਵਧੀਆ ਸਿਹਤ ਹੋਵੇ, ਵਧੀਆ ਚਰਿੱਤਰ ਹੋਵੇ ਜਾਂ ਵਧੀਆ ਕੈਰੀਅਰ ਹੋਵੇ। ਜਦੋਂ ਸਾਡੀ ਚਾਹਤ ਸਾਡੇ ਸੰਕਲਪ ਲਈ ਜ਼ਿਆਦਾ ਅਸਰਦਾਰ ਹੁੰਦੀ ਹੈ, ਉਹ ਪ੍ਰਭਾਵੀ ਬਣ ਜਾਂਦੀ ਹੈ। ਜਦੋਂ ਚਾਹਤ ਸ਼ਕਤੀਸ਼ਾਲੀ ਸਹੁੰ ਦੇ ਨਾਲ ਜੁੜ ਜਾਂਦੀ ਹੈ ਤਾਂ ਸਿਰਜਣਾਤਮਕ ਸ਼ਕਤੀ ਪੈਦਾ ਹੋ ਜਾਂਦੀ ਹੈ। ਲਾਲਸਾ, ਉਮੀਦ ਅਤੇ ਮਿਹਨਤ ਦੇ ਨਤੀਜੇ ਨਿਕਲਦੇ ਹਨ। ਜੇ ਅਸੀਂ ਕਿਸੇ ਖਾਸ ਖੇਤਰ 'ਚ ਆਪਣੇ ਆਪ ਨੂੰ ਵਧੀਆ ਬਣਾਉਣਾ ਚਾਹੁੰਦੇ ਹਾਂ, ਸਾਨੂੰ ਉਸ ਗੁਣ ਦਾ ਮਾਨਸਿਕ ਚਿੱਤਰਣ ਬਹੁਤ ਸਪਸ਼ਟਤਾ ਅਤੇ ਮਿਹਨਤ ਨਾਲ ਦੇਖਦੇ ਰਹਿਣਾ ਚਾਹੀਦਾ ਹੈ। ਸਾਨੂੰ ਆਪਣੀਆਂ ਇੱਛਾਵਾਂ ਦੀ ਦਿਸ਼ਾ 'ਚ ਇੱਕ ਉਦੇਸ਼ ਕਾਇਮ ਰੱਖਣਾ ਚਾਹੀਦਾ ਹੈ। ਸਾਨੂੰ ਇਹ ਲਗਾਤਾਰ ਮਨ 'ਚ ਰੱਖਣਾ ਚਾਹੀਦਾ ਹੈ ਕਿ ਜਦੋਂ ਤੱਕ ਅਸੀਂ ਇਹ ਮਹਿਸੂਸ ਨਾ ਕਰ ਲਈਏ ਕਿ ਅਸੀਂ ਇਹਨੂੰ ਪ੍ਰਾਪਤ ਕਰ ਲਿਆ ਹੈ, ਸਾਨੂੰ ਜਿੱਤਣ ਲਈ ਜਾਂ ਜੇਤੂ ਜ਼ਿੰਦਗੀ ਜਿਉਣ ਲਈ ਬਣਾਇਆ ਗਿਆ ਹੈ। ਸਾਨੂੰ ਆਪਣੇ ਚੁਣੇ ਹੋਏ ਕੰਮ 'ਚ, ਲੋਕਾਂ ਦੇ ਨਾਲ ਸੰਬੰਧਾਂ 'ਚ ਅਤੇ ਜ਼ਿੰਦਗੀ ਦੇ ਬਾਕੀ ਪਹਿਲੂਆਂ 'ਚ ਜ਼ਿਆਦਾ ਸਫਲ ਹੋਣਾ ਚਾਹੀਦਾ ਹੈ। ਜੇ ਸਾਡੇ 'ਚ ਵਿਸ਼ਵਾਸ ਹੈ ਤਾਂ ਅਸੀਂ ਪ੍ਰਾਪਤ ਕਰ ਸਕਦੇ ਹਾਂ। ਖੁਸ਼ੀ ਮਨ ਤੋਂ ਸ਼ੁਰੂ ਹੁੰਦੀ ਹੈ। ਜੇ ਸਾਡਾ ਮਾਨਸਿਕ ਨਜ਼ਰੀਆ ਖੁਸ਼ੀ ਦੇ ਪ੍ਰਤੀ ਨਫ਼ਰਤ ਭਰਿਆ ਹੋਵੇ ਤਾਂ ਸਾਨੂੰ ਉਹ ਖੁਸ਼ੀ ਨਹੀਂ ਮਿਲ ਸਕਦੀ। ਇੱਕ ਚੀਜ਼ ਦੇ ਲਈ ਕੰਮ ਕਰਨਾ ਅਤੇ ਉਸ ਤੋਂ ਉਲਟ ਚੀਜ਼ ਦੇ ਲਈ ਉਮੀਦ ਕਰਨਾ ਘਾਤਕ ਹੁੰਦਾ ਹੈ। ਭੌਤਿਕ ਜ਼ਿੰਦਗੀ 'ਚ ਮਾਨਸਿਕ ਨਕਸ਼ੇ ਦਾ ਪ੍ਰਤੀਬਿੰਬ ਝਲਕਦਾ ਹੈ। ਗਰੀਬੀ ਦੀ ਉਮੀਦ ਜਾਂ ਅੱਧੀ ਉਮੀਦ ਕਰਕੇ ਸਾਨੂੰ ਖੁਸ਼ੀ ਨਹੀਂ ਮਿਲ ਸਕਦੀ। ਸਾਨੂੰ ਉਹੀ ਮਿਲਦਾ ਜਿਹਦੀ ਅਸੀਂ ਉਮੀਦ ਕਰਦੇ ਹਾਂ। ਕਿਸੇ ਚੀਜ਼ ਦੀ ਉਮੀਦ ਨਾ ਕਰਨ ਦਾ ਅਰਥ ਇਹ ਨਹੀਂ ਕਿ ਸਾਨੂੰ ਕੋਈ ਚੀਜ਼ ਨਹੀਂ ਮਿਲੇਗੀ। ਜਦੋਂ ਸਾਡਾ ਚੁੱਕਿਆ ਗਿਆ ਹਰ ਇੱਕ ਕਦਮ ਅਸਫਲਤਾ ਦੀ ਰਾਹ 'ਤੇ ਹੋਵੇ ਤਾਂ ਅਸੀਂ ਸਾਡੇ ਨਿਸ਼ਾਨੇ ਤੱਕ ਨਹੀਂ ਪਹੁੰਚਣ ਦੀ ਸਫਲਤਾ ਨਾਲ ਪਹੁੰਚਣ ਦੀ ਉਮੀਦ ਕਿਵੇਂ ਕਰ ਸਕਦੇ ਹਾਂ? ਹਨੇਰ ਭਰਿਆ, ਉਦਾਸ, ਨਿਰਾਸ਼ਾਜਨਕ ਨਜ਼ਰੀਆ ਰੱਖ ਕੇ ਕੰਮ ਕਰਨ ਨਾਲ ਵਧੀਆ ਨਤੀਜੇ ਨਹੀਂ ਮਿਲਦੇ। ਸਾਡੇ ਵਿਚਾਰ ਚੁੰਬਕ ਦੀ ਤਰ੍ਹਾਂ ਹੁੰਦੇ ਹਨ ਜੋ ਆਪਣੇ ਵਰਗੀਆਂ ਚੀਜ਼ਾਂ ਨੂੰ ਆਕਰਸ਼ਿਤ ਕਰਦੇ ਹਨ। ਜੇ ਤੁਹਾਡਾ ਮਨ ਗਰੀਬੀ ਅਤੇ ਬਿਮਾਰੀ ਦੇ ਬਾਰੇ ਸੋਚਦਾ ਰਹੇਗਾ ਤਾਂ ਇਸ ਨਾਲ ਗਰੀਬੀ ਅਤੇ ਬਿਮਾਰੀ ਹੀ ਮਿਲੇਗੀ। ਅਸੀਂ ਆਪਣੇ ਮਨ 'ਚ ਜਿਹਨੂੰ ਵਸਾ ਰੱਖਿਆ ਉਹਦੇ ਉਲਟ ਕੋਈ ਰਚਨਾ ਸੰਭਵ ਨਹੀਂ ਹੈ, ਕਿਉਂਕਿ ਸਾਡਾ ਮਾਨਸਿਕ ਨਜ਼ਰੀਆ ਹੀ ਸਾਡਾ ਜੀਵਨ ਨੂੰ ਢਾਲਣ ਵਾਲਾ ਸਾਂਚਾ ਹੈ। ਸਾਡੀਆਂ ਉਪਲਬਧੀਆਂ ਪਹਿਲਾਂ ਮਾਨਸਿਕ ਰੂਪ ਨਾਲ ਪ੍ਰਾਪਤ ਕੀਤੀਆਂ ਜਾਂਦੀਆਂ ਹਨ। ਅਸਫਲਤਾਵਾਂ ਦੀ ਦਹਿਸ਼ਤ, ਪੈਸਿਆਂ ਦੇ ਨੁਕਸਾਨ ਦਾ ਡਰ ਅਤੇ ਬੇਇੱਜ਼ਤੀ ਦਾ ਡਰ ਬਹੁਤ ਲੋਕਾਂ ਨੂੰ ਉਹਨਾਂ ਦੀਆਂ ਮਨਚਾਹੀਆਂ ਚੀਜ਼ਾਂ ਪ੍ਰਾਪਤ ਕਰਨ 'ਤੇ ਰੋਕਾਂ ਲਾਉਂਦਾ ਹੈ। ਇਹ ਉਹਨਾਂ ਦੇ ਉਤਸ਼ਾਹ ਨੂੰ ਚੂਸ ਲੈਂਦਾ ਹੈ ਅਤੇ ਉਹਨਾਂ ਦੀਆਂ ਮਨਚਾਹੀਆਂ ਚੀਜ਼ਾਂ ਪ੍ਰਾਪਤ ਕਰਨ ਤੋਂ ਰੋਕਦਾ ਹੈ। ਇਹ ਉਹਨਾਂ ਦੇ ਉਤਸ਼ਾਹ ਨੂੰ ਚੂਸ ਕੇ ਉਹਨਾਂ ਦੇ ਮਨ 'ਚ ਉਦਾਸੀ ਅਤੇ ਤਣਾਅ ਭਰ ਦਿੰਦਾ ਹੈ। ਫਲਸਰੂਪ ਉਹਨਾਂ ਪ੍ਰਭਾਵੀ ਅਤੇ ਸਿਰਜਣਾਤਮਕ ਕੰਮਾਂ ਨੂੰ ਕਰਨ 'ਚ ਅਧੂਰੇ ਰਹਿ ਜਾਂਦੇ ਹਨ ਜੋ ਸਫਲਤਾ ਦੇ ਲਈ ਜ਼ਰੂਰੀ ਹੁੰਦਾ ਹੈ। ਸ਼ੰਕਾ ਅਤੇ ਅਨਿਸ਼ਚਿਤਤਾ ਦੇ ਨਜ਼ਰੀਏ ਦੀ ਥਾਂ 'ਤੇ ਸਾਰੀਆਂ ਚੀਜ਼ਾਂ ਨੂੰ ਸਿਰਜਣਾਤਮਕ ਤਰੀਕੇ ਨਾਲ ਦੇਖਣ ਦੀ ਆਦਤ ਪਾਓ। ਉਜਵਲ ਅਤੇ ਆਸ਼ਾਵਾਦੀ ਨਜ਼ਰੀਏ ਨਾਲ ਦੇਖਣ ਦੀ ਆਦਤ ਪਾਓ। ਇਹ ਵਿਸ਼ਵਾਸ ਕਰਨ ਦੀ ਆਦਤ ਪਾਓ ਕਿ ਸਭ ਤੋਂ ਵਧੀਆ ਹੋਣ ਵਾਲਾ ਹੈ ਅਤੇ ਅੰਤ ਸੱਚ ਦੀ ਜਿੱਤ ਹੋਏਗੀ। ਇਹ ਵਿਸ਼ਵਾਸ ਰੱਖੋ ਕਿ ਸੁਭਾਅ ਅਤੇ ਸਿਹਤ ਹੀ ਸਾਰਾ ਸੱਚ ਹੈ। ਉਦਾਸੀ ਅਤੇ ਰੋਗ ਤਾਂ ਇਹਨਾਂ ਦੀ ਛੋਟੀ ਜਿਹੀ ਗੈਰ ਹਾਜ਼ਰੀ ਹੈ। ਇਸੇ ਤਰ੍ਹਾਂ ਦਾ ਆਸ਼ਾਵਾਦੀ ਨਜ਼ਰੀਆ ਸੰਸਾਰ ਨੂੰ ਵਧੀਆ ਬਣਾਉਂਦਾ ਹੈ। ਧੰਨਵਾਦ। ਚੱਲਦਾ।